ਜਗਮੋਹਨ ਸਿੰਘ ਭੱਟੀ ਐਡਵੋਕੇਟ YouTube ਚੈਨਲ ਅੱਜ ਤੁਹਾਡੇ ਲਈ ਕੁਛ ਨਵਾਂ ਅਤੇ ਸਨਸਨੀਖੇਜ਼ ਅਤੇ ਕੁਛ ਇਸ ਤਰ੍ਹਾਂ ਦਾ ਕਰਨ ਵਾਲਾ ਹੈ ਕਿ ਤੁਹਾਨੂੰ ਆਪਣੇ ਹੱਕਾਂ ਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ। ਇਹ ਜਿਹੜੀ ਪਹਿਚਾਣ ਹੈ ਇਹ ਇਸ ਤਰ੍ਹਾਂ ਦੀ ਪਹਿਚਾਣ ਹੈ ਕਿ ਕਿਸੇ ਉੱਤੇ ਵੀ ਐਸੀ ਤਲਵਾਰ ਹੈ ਸੜ ਸਤੀ ਹੈ ਜਿਹੜੀ ਕਿਸੇ ਵੇਲੇ ਵੀ ਗਿਰ ਸਕਦੀ ਹੈ, ਔਰ ਜੇ ਇਹ ਗਿਰਦੀ ਹੈ ਤਾਂ ਇਹਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਨਵਾਂ ਕਾਂਡ ਹੋਏਗਾ ਜਿਵੇਂ ਪੈਗਾਸਸ ਕਾਂਡ ਜਿਹੜਾ ਹੈ ਉਹ ਹੋਇਆ ਸਾਡੀ ਭਾਰਤ ਸਰਕਾਰ ਨੇ ਕੀਤਾ। ਇਹ ਪੈਗਾਸਸ ਕਾਂਡ ਜਿਹੜੇ ਨੇ ਤੁਹਾਡੇ ਉੱਤੇ ਹੁੰਦੇ ਹੀ ਰਹਿੰਦੇ ਨੇ ਮੇਰੇ ਦੇਸ਼ ਵਾਸੀਓ, ਇਹਨਾਂ ਤੋਂ ਤੁਹਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਹ ਜਿਹੜੀ ਚੀਜ਼ ਹੈ ਮੈਂ ਅੱਜ ਤੁਹਾਡੇ ਵਾਸਤੇ ਇਸ ਲਈ ਲੈ ਕੇ ਆਇਆ। ਪਹਿਲੇ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਕਹਿਣਾ ਮੈਂ। 2022 ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਖੇੜਿਆਂ ਭਰਿਆ ਹੋਵੇ, ਔਰ ਜਿਹੜੀ ਨਵੀਂ ਕਰੋਨਾ ਵੇਵ ਆ ਰਹੀ ਹੈ ਉਹਦੇ ਤੋਂ ਤੁਹਾਡੇ ਪਰਿਵਾਰ ਦੀ ਸੁੱਖ ਸਾਂਦ ਮੰਗਦਾ, ਔਰ ਤੁਹਾਨੂੰ ਇਹ ਵੀ ਕਹਿਣਾ ਕਿ ਤੁਸੀਂ ਆਪਣਾ ਵੀ ਧਿਆਨ ਰੱਖਿਓ, ਆਂਢ ਗੁਆਂਢ ਦਾ ਵੀ ਧਿਆਨ ਰੱਖਿਓ, ਹਰ ਇੱਕ ਦੇਸ਼ ਵਾਸੀ ਦਾ ਧਿਆਨ ਰੱਖਿਓ। ਇਹ ਸਾਡਾ ਪਹਿਲਾ ਫਰਜ਼ ਹੈ ਔਰ ਇਸ ਨੂੰ ਅਸੀਂ ਇੱਕ ਚੇਤਨਤਾ ਨਾਲ ਨਿਭਾਈਏ। ਅੱਜ ਤੁਹਾਡੇ ਨਾਲ ਜ਼ਿਕਰ ਕਰਨ ਲੱਗਿਆ ਮੈਂ ਜਿਹੜੇ ਇਨਕਮ ਟੈਕਸ ਦੇ ਰੇਟ ਹੁੰਦੇ ਨੇ। ਜਿਵੇਂ ਤੁਸੀਂ 2-3 ਦਿਨਾਂ ਤੋਂ ਦੇਖ ਰਹੇ ਹੋ ਬੜੇ ਰੇਟ ਹੋ ਰਹੇ ਨੇ ਯੂਪੀ ਦੇ ਵਿੱਚ। ਕੋਈ ਇਨਕਮ ਟੈਕਸ ਵਾਲੇ ਕਰ ਰਹੇ ਨੇ, ਕੋਈ ਹੋਰ ਏਜੰਸੀਆਂ ਕਰ ਰਹੀਆਂ, ਔਰ ਕਰੋੜਾਂ ਰੁਪਏ ਦੀ ਸੰਪਤੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ, ਬਾਹਰ ਆ ਰਹੀ ਹੈ। ਦੇਖੋ ਇਹ ਚੀਜ਼ ਜਿਹੜੀ ਹੈ ਦਿਨਾਂ ਵਿੱਚ ਨਹੀਂ ਹੋ ਜਾਂਦੀ। ਮੋਦੀ ਸਾਹਿਬ ਨੇ 8 ਨਵੰਬਰ 2016 ਨੂੰ ਜਦੋਂ ਨੋਟਬੰਦੀ ਕੀਤੀ ਸੀ ਤੇ ਉਹਨਾਂ ਨੇ ਦੇਸ਼ ਨਾਲ ਇਹ ਵਾਅਦਾ ਕੀਤਾ ਸੀ ਕਿ ਦੇਸ਼ ਵਿੱਚੋਂ ਕਾਲਾ ਧਨ ਸਮਾਪਤ ਹੋ ਜਾਏਗਾ। ਅਤੇ ਜੇ ਕਾਲਾ ਧਨ ਸਮਾਪਤ ਹੋ ਗਿਆ ਤਾਂ ਫਿਰ ਇਹ ਇੰਨੀ ਵੱਡੀ ਹੈਵੀ ਕਰੰਸੀ ਜਿਹੜੀ ਹੈ ਇਹ ਕਿਵੇਂ ਅਤੇ ਕਿਸ ਹਿਸਾਬ ਨਾਲ ਨਿਕਲੀ ਹੈ, ਇਹ ਤੁਹਾਡੇ ਲਈ ਵੀ ਸਵਾਲ ਹੈ, ਮੇਰੇ ਲਈ ਵੀ ਸਵਾਲ ਹੈ, ਅਤੇ ਮੋਦੀ ਸਰਕਾਰ ਲਈ ਵੀ ਸਵਾਲ ਹੈ ਵੀ ਮੋਦੀ ਸਾਹਿਬ ਜਰਾ ਸਾਨੂੰ ਇਹ ਤਾਂ ਸਮਝਾ ਦਿਓ ਵੀ ਕਿਵੇਂ ਅਤੇ ਕਿਸ ਹਿਸਾਬ ਨਾਲ ਇਹ ਇੰਨੀ ਵੱਡੀ ਜਿਹੜੀ ਹੈ ਕਰੋੜਾਂ ਰੁਪਏ ਦੀ ਜਿਹੜੀ ਹੈ ਕਾਲੇ ਧਨ ਦੀ ਖੇਪ ਨਿਕਲੀ ਹੈ, ਫੜੀ ਗਈ ਹੈ। ਕੀ ਇਹ ਦਿਨਾਂ ਵਿੱਚ ਹੋ ਗਈ? ਜੇ ਇਹ ਦਿਨਾਂ ਵਿੱਚ ਹੋ ਗਈ ਤਾਂ ਫਿਰ ਜਿਹੜਾ ਤੁਹਾਡਾ ਐਲਾਨਨਾਮਾ ਸੀਗਾ ਕਿ ਕਾਲਾ ਧਨ ਖਤਮ ਹੋ ਗਿਆ ਉਹ ਫਿਰ ਕਿੱਥੇ ਰਹਿ ਗਿਆ? ਇਸ ਦੇ ਬਾਰੇ ਦੇਸ਼ ਅੱਜ ਜਵਾਬ ਮੰਗਦਾ। ਇੱਕ ਗੱਲ ਤੁਹਾਨੂੰ ਇਹ ਵੀ ਮੈਂ ਮੋਦੀ ਸਾਹਿਬ ਚੇਤਾਉਣੀ ਚਾਹੁੰਦਾ ਵਾਂ, ਮੋਦੀ ਦੀ ਸਰਕਾਰ ਨੂੰ ਚੇਤਾਉਣੀ ਚਾਹੁੰਦਾ ਵਾਂ, ਆਪਣੀ ਜਿਹੜੀ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਸ ਦੇ ਨਾਲ ਵੀ ਇਹ ਗੱਲ ਜਿਹੜੀ ਹੈ ਸਾਂਝੀ ਕਰਨਾ ਜ਼ਰੂਰ, ਜਿੱਥੇ ਜਿੱਥੇ ਵੀ ਹੋ ਸਕੇ ਮੇਰੀ ਵੀਡੀਓ ਪਹੁੰਚਾਉਣਾ, ਇਸ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਕਿਉਂਕਿ ਮੈਂ ਲੋਕ ਹਿੱਤ ਵਿੱਚ ਗੱਲ ਕਰਦਾ, ਦੇਸ਼ ਹਿੱਤ ਵਿੱਚ ਗੱਲ ਕਰਦਾ। ਇਸ ਨੂੰ ਸਬਸਕ੍ਰਾਈਬ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ ਮੇਰੇ ਚੈਨਲ ਨੂੰ, ਔਰ ਕੋਸ਼ਿਸ਼ ਕਰਨਾ ਕਿ ਇਸ ਜਿਹੜੀ ਮੈਂ ਗੱਲ ਕਰਨ ਲੱਗਿਆ ਇਹਦਾ ਮੈਨੂੰ ਫੀਡਬੈਕ ਵੀ ਦੇਣਾ। ਜਿਹੜੇ ਤੁਹਾਡੇ ਸਵਾਲ ਨੇ ਉਹ ਵੀ ਮੇਰੇ ਤੱਕ ਭੇਜਣਾ ਤਾਂ ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਸਕਾਂ। ਲਓ ਗੱਲ ਮੁੱਦੇ ਦੀ ਆਵੇ। ਦੇਖੋ ਜੈਨ ਬ੍ਰਦਰਸ ਦੇ ਉੱਤੇ ਯੂਪੀ ਦੇ ਵਿੱਚ ਬੜੇ ਵੱਡੇ ਰੇਡ ਹੋ ਗਏ ਨੇ, ਔਰ ਰੇਡ ਵੀ ਕਦੋਂ ਹੋਏ ਨੇ? ਦਿਨੇ ਰਾਤੀ ਪ੍ਰਭਾਤੀ। ਕੋਈ ਜਿਹੜਾ ਇਨਕਮ ਟੈਕਸ ਕਾਨੂੰਨ ਜਿਹੜਾ ਉਹ ਜੇ ਕਿਸੇ ਵੀ ਤਰ੍ਹਾਂ ਦੀ ਸਰਚ ਦੀ ਅਥਾਰਟੀ ਦਿੰਦਾ, ਕਿਸੇ ਵੀ ਆਥੋਰਾਈਜ਼ਡ ਆਫਿਸਰ ਨੂੰ ਜੇ ਦਿੰਦਾ, ਤਾਂ ਮੈਂ ਇਹ ਸਮਝਦਾ ਕਿ ਦਿਨ ਵੇਲੇ ਤਾਂ ਹੋ ਸਕਦੀ ਹੈ, ਰਾਤ ਵੇਲੇ ਨਹੀਂ ਹੋ ਸਕਦੀ। ਤੁਸੀਂ ਇਹ ਦੇਖੋ ਕਈ ਵਾਰੀ ਹੁੰਦਾ ਕੀ ਹੈ ਵੀ ਜਿਸ ਬੰਦੇ ਦੇ ਨਾਂ 'ਤੇ ਜਾਂ ਜਿਸ ਤੀਵੀਂ ਦੇ ਨਾਂ ਦੇ ਉੱਤੇ ਸਰਚ ਵਾਰੰਟ ਹੈ ਉਹ ਘਰ ਨਹੀਂ ਹੈਗਾ, ਤਾਂ ਜਿਹੜੀ ਹੈ ਰੇਡਿੰਗ ਜਿਹੜੀ ਏਜੰਸੀ ਹੈ, ਭਾਵੇਂ ਇਨਕਮ ਟੈਕਸ ਦੀ ਹੈ, ਭਾਵੇਂ DRI ਹੈ, ਭਾਵੇਂ ED ਹੈ ਜਾਂ ਕੋਈ ਵੀ ਹੈ, ਉਹ ਜਿਹੜੇ ਨੇ ਧੱਕੇਸ਼ਾਹੀ ਕਰਦੇ ਨੇ, ਕਿਉਂਕਿ ਆਮ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਨਹੀਂ ਪਤਾ, ਔਰ ਉਹ ਧੱਕੇਸ਼ਾਹੀ ਕਰਦੇ ਨੇ। ਅਤੇ ਕੀ ਕਰਦੇ ਨੇ ਉਹ ਤੁਹਾਨੂੰ ਮੈਂ ਇੱਕ ਕੇਸ ਗਲੇਰਿੰਗ ਐਗਜ਼ਾਮਪਲ ਦੇਣ ਲੱਗਿਆ ਕਿ ਇੱਕ ਕੇਸ ਐਸਾ ਹੋਇਆ ਜਿਹਦੇ ਵਿੱਚ ਸਿਰਫ 3-4 ਤੀਵੀਆਂ ਹੀ ਸਨ ਘਰ, ਔਰ ਬੱਚੇ ਸਨ ਛੋਟੇ ਛੋਟੇ, ਔਰ ਉਹਨਾਂ ਦੇ ਘਰ ਜਾ ਕੇ ਇਨਕਮ ਟੈਕਸ ਅਥਾਰਟੀਜ਼ ਨੇ ਜਾਂ ED ਨੇ ਜਾਂ DRI ਦੀ ਟੀਮ ਨੇ ਮਿਲੀ ਭੁਗਤ ਨੇ, ਜਿਨ੍ਹਾਂ ਨੇ ਕੋਈ ਆਈਡੈਂਟੀਟੀ ਡਿਸਕਲੋਜ਼ ਨਹੀਂ ਕੀਤੀ ਘਰ ਵਾਲਿਆਂ ਨੂੰ। ਅਸੀਂ ਰੇਡ ਕਰਨ ਆਏ ਹਾਂ ਜੀ, ਔਰ ਰੇਡ ਕੀਤਾ, ਔਰ ਰੇਡ ਦੇ ਵਿੱਚ ਉਹਨਾਂ ਨੇ ਰਾਤ ਸਾਰੀ ਲੱਗੇ ਰਹੇ ਨੇ ਰੇਡ ਕਰਨ ਲਈ,
ਔਰ ਰੇਡ ਕਰਨ ਜਦੋਂ ਉਹਨਾਂ ਨੇ ਰੇਡ ਕੀਤੀ ਹੈ ਤੇ ਰਾਤ ਉਹ ਸੁੱਤੇ ਵੀ ਨੇ ਉੱਥੇ, ਉਹਨਾਂ ਨੇ ਖਾਣਾ ਵੀ ਖਾਇਆ ਉੱਥੇ। ਦੇਖੋ ਕਿੱਡੀ ਵੱਡੀ ਹੌਸਪੀਟੈਲਿਟੀ ਉਹਨਾਂ ਨੇ ਇੰਜੋਏ ਕੀਤੀ ਹੈ। ਔਰ ਘਰ ਦੇ ਵਿਚਾਰੇ ਜਿਹੜੇ ਨੇ ਤੀਵੀਆਂ ਜਿਹੜੀਆਂ ਸੀ ਉਹ ਪਰੇਸ਼ਾਨ ਸੀਗੀਆਂ, ਉਹਨਾਂ ਨੂੰ ਮੂਵਮੈਂਟ ਜਿਹੜੀ ਸੀ ਉਹਨਾਂ ਦੀ ਬੰਦ ਸੀ, ਆਪਣੇ ਘਰ ਦੇ ਵਿੱਚ ਉਹ ਆਪ ਹੀ ਕੈਦ ਹੋ ਗਈਆਂ ਸਨ। ਔਰ ਇਸ ਚੀਜ਼ ਦੇ ਬਾਰੇ ਸਾਡੀ ਸਰਕਾਰ ਨੇ ਕਦੀ ਸੋਚਿਆ ਜਾਂ ਕੁਝ ਕੀਤਾ? ਇੱਥੇ ਜੇ ਇਹ ਕਿਹਾ ਜਾਏ, ਮਾਨਯੋਗ ਸੁਪਰੀਮ ਕੋਰਟ ਜਿਹੜੀ ਇਹ ਕਹਿੰਦੀ ਹੈ ਕਿ ਰਾਈਟ ਟੂ ਪ੍ਰਾਈਵੇਸੀ ਜਿਹੜੀ ਹੈ ਉਹ ਤੁਹਾਡੀ ਜਿਹੜੀ ਹੈ ਫੰਡਾਮੈਂਟਲ ਰਾਈਟ ਹੈ, ਤਾਂ ਫਿਰ ਇਨਕਮ ਟੈਕਸ DRI ਜਾਂ ED ਨੇ ਕਿਹੜਾ ਡੰਡਾਮੈਂਟਲ ਰਾਈਟ ਚਲਾਇਆ ਜਿਹਦੇ ਮੁਤਾਬਕ ਇਹ ਫੰਡਾਮੈਂਟਲ ਰਾਈਟ ਦੀਆਂ ਧੱਜੀਆਂ ਉਡਾਈਆਂ ਗਈਆਂ? ਇਹ ਇੱਕ ਸਵਾਲ ਹੈ। ਅੱਜ ਦੇਸ਼ ਪੁੱਛ ਰਿਹਾ, ਮੋਦੀ ਸਾਹਿਬ ਨੂੰ ਪੁੱਛਦਾ, ਅਮਿਤ ਸ਼ਾਹ ਜੀ ਨੂੰ ਪੁੱਛਦਾ, ਨਿਰਮਲਾ ਸੀਤਾਰਮਨ ਨੂੰ ਪੁੱਛਦਾ, ਇਨਕਮ ਟੈਕਸ ਅਥਾਰਟੀਜ਼ DRI ਦੀਆਂ ਅਥਾਰਟੀਜ਼ ਜਾਂ ਜਿਹੜੀਆਂ ਹੋਰ ਅਥਾਰਟੀਜ਼ ਨੇ ED ਦੀਆਂ ਉਹਨਾਂ ਨੂੰ ਪੁੱਛਦਾ ਬਈ ਇਹ ਕਿਹੜਾ ਕੋਈ ਐਡਾ ਵੱਡਾ ਇੱਕ ਸਰਜੀਕਲ ਅਟੈਕ ਤੁਸੀਂ ਕਰਨ ਗਏ ਸੀ ਕਿ ਡੇ ਟਾਈਮ ਦੇ ਵਿੱਚ ਨਹੀਂ ਹੋ ਸਕਦਾ, ਔਰ ਰਾਤ ਨੂੰ ਜਿਹੜਾ ਕੰਡਕਟ ਸ਼ੁਰੂ ਕੀਤਾ ਤੁਸੀਂ ਸਰਚ ਕੀਤੀ ਹੈ। ਔਰ ਤੁਸੀਂ ਦੇਖੋ ਜਦੋਂ ਸਰਚ ਵਾਰੰਟ ਆਉਂਦਾ, ਸਰਚ ਵਾਰੰਟ ਦੇ ਨਾਲ ਜਿਹੜਾ ਆਥੋਰਾਈਜ਼ਡ ਆਫਿਸਰ ਹੈ ਉਹਦੀ ਆਈਡੈਂਟੀਟੀ ਡਿਸਕਲੋਜ਼ ਹੋਣੀ ਜ਼ਰੂਰੀ ਹੈ ਰੂਲ 112 ਇਨਕਮ ਟੈਕਸ ਐਕਟ ਦੇ ਮੁਤਾਬਕ। ਹੋਰ ਵੀ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਇਹ ਇੱਕ ਨਿਰਧਾਰਿਤ ਕਰਦੀਆਂ ਕਿ ਇਹ ਸਰਚ ਕਿਵੇਂ ਹੋਏਗੀ, ਘਰ ਦੇ ਪ੍ਰੇਮਿਸਿਸ ਦੀ ਤਲਾਸ਼ੀ ਕਿਵੇਂ ਲਈ ਜਾਏਗੀ। ਸਰਚ ਦਾ ਮਤਲਬ ਇਹ ਹੈ, ਸਰਚ ਵਾਰੰਟ ਦਾ ਮਤਲਬ ਇਹ ਹੈ ਕਿ ਘਰ ਦੀ ਤੁਹਾਡੇ ਤਲਾਸ਼ੀ ਲੈਣ ਆਏ ਹਾਂ ਅਸੀਂ, ਔਰ ਤੁਸੀਂ ਜਿੱਥੇ ਹੈਗੇ ਹੋ ਉੱਥੇ ਟਿਕੇ ਰਹੋ, ਤੁਸੀਂ ਸੱਜੇ ਖੱਬੇ ਵੀ ਨਹੀਂ ਜਾਣਾ। ਔਰ ਈਵਨ ਇੱਥੋਂ ਤੱਕ ਕਿ ਲੇਡੀਜ਼ ਨੂੰ ਜਿਹੜੀਆਂ ਘਰ ਸੀਗੀਆਂ 4-5, ਉਹਨਾਂ ਨੂੰ ਉਹਨਾਂ ਦਾ ਵਾਸ਼ਰੂਮ ਵੀ ਯੂਜ਼ ਕਰਨ ਨਹੀਂ ਦਿੱਤਾ ਗਿਆ। ਇਹ ਕਿਹੋ ਜਿਹੀ ਸੀਗੀ ਗੱਲ? ਇਹ ਛੋਟੇ ਛੋਟੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਵੀ ਇਹ 60-37 ਦਾ ਸਾਹਮਣਾ ਕਰਨਾ ਪਿਆ। ਔਰ ਜਦ ਕਿ ਸੰਬੰਧਿਤ ਪਰਸਨ ਜਿਹੜਾ ਸੀਗਾ ਜਿਹਦੇ ਨਾਂ 'ਤੇ ਸਰਚ ਵਾਰੰਟ ਸੀਗਾ, ਉਹ ਸਰਚ ਵਾਰੰਟ ਉਹਦੇ 'ਤੇ ਐਗਜ਼ੀਕਿਊਟ ਹੋਣਾ ਚਾਹੀਦਾ ਸੀ। ਜੇ ਉਹ ਘਰ ਹੀ ਨਹੀਂ ਤਾਂ ਇਹ ਐਗਜ਼ੀਕਿਊਟ ਕਿਵੇਂ ਹੋਇਆ? ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ। ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਇੱਕ ਗੱਲ ਸਾਫ਼ ਤੇ ਸਪਸ਼ਟ ਤੌਰ 'ਤੇ ਦੱਸ ਦਿਆਂ, ਜੇ ਕੋਈ ਜਿਹੜੀ ਹੈ CBDT ਦੀ ਇੰਸਟਰਕਸ਼ਨ ਜਿਹੜੀਆਂ ਉਹਨਾਂ ਦੇ ਮੁਤਾਬਕ ਜਿਹੜਾ CBDT ਦਾ ਮਤਲਬ ਇਹ ਹੈ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ, ਉਹ ਇਹ ਕਹਿੰਦੇ ਆ ਕਿ ਕਿਸੇ ਜਿਹੜੀ ਹੈ ਜਗ੍ਹਾ 'ਤੇ ਜੇ ਇਹ ਗੱਲ ਆਵੇ ਸਾਹਮਣੇ ਕਿ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਜਿਹੜੀ ਹੈ ਉਹਦੇ ਬਾਰੇ ਕੋਈ ਲੁਕਾ ਛਪਾ ਰੱਖਿਆ ਗਿਆ ਤਾਂ ਉਹ ਇਹ ਸਾਹਮਣੇ ਆਏਗੀ। ਅਤੇ ਇਹਦੇ ਵਿੱਚ ਜੇ ਕੋਈ NRI ਵੀ ਹੈ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦਾ, ਉਹਦੇ ਵੀ ਪ੍ਰੈਮਿਸਿਸ ਜਿਹੜੇ ਆ ਉਹਨਾਂ ਨੂੰ ਦੇਖਿਆ ਜਾ ਸਕਦਾ ਹੈ ਕਿ ਉਹਦੀ ਜਿਹੜੀ ਲਾਇਬਲ ਟੈਕਸ ਇਨਕਮ ਹੈ ਇੰਡੀਆ ਦੇ ਵਿੱਚ ਉਹ ਕਿੰਨੀ ਹੈ। ਤੁਸੀਂ ਦੇਖੋ, ਸਿਰਫ ਇਹ ਕਹਿਣਾ ਕਿ ਇੱਕ ਕਿਆਸ ਰਾਈ ਇਨਫੋਰਮੇਸ਼ਨ ਹੈ ਸਾਡੇ ਕੋਲ, ਅਸੀਂ ਉਹਦੇ 'ਤੇ ਆ ਗਏ ਹਾਂ, ਲੇਕਿਨ ਇਨਫੋਰਮੇਸ਼ਨ ਦਾ ਬੇਸ ਕੋਈ ਨਹੀਂ ਹੈਗਾ। ਇੱਕ ਵਰਡ ਹੈ ਨਰੇਸ਼ਨ ਅਤੇ ਇੱਕ ਹੈਗਾ ਵਰਡ ਸਬਸਟੈਂਸ। ਨਰੇਸ਼ਨ ਦਾ ਮਤਲਬ ਇਹ ਹੈ ਵੀ ਇਬਾਰਤ, ਅਤੇ ਸਬਸਟੈਂਸ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਤੱਥ ਹੋਣੇ ਜ਼ਰੂਰੀ ਨੇ। ਜੇ ਇੱਕ ਇਬਾਰਤ ਦੇ ਵਿੱਚ ਤੱਥ ਹੀ ਨਹੀਂ ਤਾਂ ਫਿਰ ਇਹ ਸਰਚ ਵਾਰੰਟ ਕਿਹੋ ਜਿਹਾ ਐਗਜ਼ੀਕਿਊਟ ਹੋਇਆ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਰਿਊਮਰ, ਗੌਸਿਪਸ ਜਾਂ ਹੰਚ ਦੇ ਬੇਸ ਦੇ ਉੱਤੇ, ਅਫਵਾਹ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਵੀ ਜਿਹੜੀ ਹੈ ਗੱਪ ਬਈ ਉਹਦੇ ਕੋਲ ਉਹ 500 ਕਰੋੜ ਰੁਪਇਆ ਉਹਨੇ ਕਮਾ ਲਿਆ ਔਰ ਰੱਖ ਲਿਆ ਉਹਨੇ, ਇਹਦੇ ਉੱਤੇ ਇਹ ਸਰਚ ਨਹੀਂ ਹੋ ਸਕਦੀ। ਜੇ ਇਹ ਸਰਚ ਹੁੰਦੀ ਹੈ ਤਾਂ ਸਰਚ ਕਿਹਦੇ ਉੱਤੇ ਹੋਣੀ ਹੈ? ਜਿਹਦਾ ਨਾਮ ਸਾਫ਼ ਅਤੇ ਸਪਸ਼ਟ ਹੈ। ਜੇ ਨਾਮ ਸਾਫ਼ ਅਤੇ ਸਪਸ਼ਟ ਨਹੀਂ ਤਾਂ ਫਿਰ ਇਹ ਸਰਚ ਜਿਹੜੀ ਹੈ ਨਹੀਂ ਹੋ ਸਕਦੀ, ਉਹਦੇ ਪ੍ਰੈਮਿਸਿਸ ਦੀ ਸਰਚ ਨਹੀਂ ਹੋ ਸਕਦੀ। ਦੇਖੋ, ਇੱਕ ਚੀਜ਼ ਤੁਹਾਨੂੰ ਮੈਂ ਦੱਸ ਦਿਆਂ, ਸਰਚ ਜਦੋਂ ਵੀ ਹੁੰਦੀ ਹੈ, ਜਿਹੜੀ ਰੇਟਿੰਗ ਏਜੰਸੀ ਹੈ, ਭਾਵੇਂ ਇਨਕਮ ਟੈਕਸ ਹੈ, ਭਾਵੇਂ ED ਹੈ, ਭਾਵੇਂ CBI ਹੈ ਜਾਂ ਕੋਈ ਵੀ ਹੈ, ਉਹ ਜਦੋਂ ਵੀ ਇਹ ਰੇਡ ਕਰਦੇ ਨੇ ਉਹਨਾਂ ਨੂੰ ਇਸ ਹਿਸਾਬ ਨਾਲ ਚੱਲਣਾ ਪਏਗਾ ਅੱਗੇ ਕਿ ਉਹਨਾਂ ਨੂੰ ਘਰ ਵਾਲਿਆਂ ਨੂੰ ਪਹਿਲੇ ਆਪਣੀ
ਆਈਡੈਂਟੀਫਿਕੇਸ਼ਨ ਡਿਸਕਲੋਜ਼ ਕਰਨੀ ਪਏਗੀ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਕੀ ਹੈ। ਅਤੇ ਫਿਰ ਉਹਨਾਂ ਨੂੰ ਇਹ ਵੀ ਦੱਸਣਾ ਪਏਗਾ ਬਈ ਇਹ ਸਾਡੇ ਆਈ ਕਾਰਡ ਨੇ, ਔਰ ਉਹਨਾਂ ਦੀ ਫੋਟੋ ਕਾਪੀ ਮੰਗਣੀ ਜਿਹੜੀ ਹੈ, ਜਿਹੜੇ ਵੀ ਹੈ ਸੰਬੰਧਿਤ ਸੱਜਣ ਜਿਨ੍ਹਾਂ ਦੇ ਪ੍ਰੇਮਸਿਸ ਨੂੰ ਸਰਚ ਵਾਰੰਟ ਨਾਲ ਉਹਨਾਂ ਨੇ ਸਰਚ ਕਰਨੀ ਹੈ, ਉਹ ਸਰਚ ਜਿਹੜੀ ਹੈ ਉਸ ਸਰਚ ਦਾ ਜਿਹੜਾ ਇੱਕ ਟਾਈਮ, ਇੱਕ ਸਮਾਂ ਲਿਖਿਆ ਜਾਣਾ ਚਾਹੀਦਾ। ਜੇ ਉਹ ਨਹੀਂ ਲਿਖਿਆ ਗਿਆ ਤਾਂ ਇਸ ਦਾ ਮਤਲਬ ਇਹ ਹੈ ਵੀ ਇਹ ਸਰਚ ਵਾਰੰਟ ਜਿਹੜਾ ਇਹ ਬਲੈਂਕ ਜਾਰੀ ਹੋਇਆ। ਜੇ ਬਲੈਂਕ ਜਾਰੀ ਹੋਇਆ ਤਾਂ ਫਿਰ ਇਹ ਇਲੀਗਲ ਹੈ। ਖਾਲੀ ਸਰਚ ਵਾਰੰਟ ਜਾਰੀ ਨਹੀਂ ਹੁੰਦੇ ਔਰ ਇਸ ਤਰ੍ਹਾਂ ਨਹੀਂ ਹੁੰਦੇ। ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੁਚੇਤ ਕਰੋ। ਜਿਹੜੇ ਵੀ ਅਧਿਕਾਰੀ ਆਏ ਨੇ ਉਹ ਕੋਈ ਹਊਆ ਨਹੀਂ ਹੈਗੇ, ਉਹ ਤੁਹਾਡੇ ਲਈ, ਉਹ ਸਿਰਫ ਤੁਹਾਡੇ ਲਈ ਇੱਕ ਡਰ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਕਰਨ ਵਾਲੀ ਇੱਕ ਏਜੰਸੀ ਹੈ ਜਿਹੜੀ ਆਈ ਹੈ ਤੁਹਾਡੇ ਕੋਲ। ਤੁਸੀਂ ਜਿਹੜੀ ਹੈ ਚੈੱਕ ਕਰ ਸਕਦੇ ਹੋ ਵਾਰੰਟ ਦੀ ਆਥੋਰਾਈਜੇਸ਼ਨ, ਉਹਦੇ ਉੱਤੇ ਸੀਲ ਹੋਣੀ ਜ਼ਰੂਰੀ ਹੈ ਅਤੇ ਉਹਦੇ ਉੱਤੇ ਸਿਗਨੇਚਰ ਹੋਣੇ ਜ਼ਰੂਰੀ ਹੈ ਜਿਹਨੇ ਇਹ ਸਰਚ ਵਾਰੰਟ ਜਾਰੀ ਕੀਤਾ। ਅਤੇ ਫਿਰ ਜਿਹੜਾ ਵੀ ਮੈਂਬਰ ਉਸ ਸਰਚ ਪਾਰਟੀ ਦਾ ਆਇਆ ਉਸ ਨੂੰ ਵੈਰੀਫਾਈ ਵੀ ਕੀਤਾ ਜਾਣਾ ਚਾਹੀਦਾ, ਉਸ ਦਾ ਹੋਣਾ ਚਾਹੀਦਾ। ਜੇ ਉਹ ਵੈਰੀਫਾਈ ਨਹੀਂ ਤਾਂ ਵੀ ਇਹ ਸਰਚ ਜਿਹੜੀ ਆਪਣੇ ਆਪ ਵਿੱਚ ਗਲਤ ਹੈ। ਜੇ ਕਿਸੇ ਵੀ ਪਾਰਟੀ ਦਾ ਜਿਹੜਾ ਬਸ਼ਿੰਦਾ ਸਰਚ ਵਾਰੰਟ ਦੇ ਵਿੱਚ ਸ਼ਾਮਲ ਹੈ ਤਾਂ ਉਹਨੂੰ ਘੱਟੋ ਘੱਟ 2 ਜਿਹੜੇ ਇੱਜ਼ਤਦਾਰ ਲੋਕ ਨੇ ਜਾਂ ਇੰਡੀਪੈਂਡੈਂਟ ਲੋਕ ਨੇ ਜਿਹੜੇ ਉਸ ਇਲਾਕੇ ਦੇ, ਉਹਨਾਂ ਦਾ ਜਿਹੜਾ ਇੱਕ ਇੰਡੀਪੈਂਡੈਂਟ ਵਿਟਨੈਸ ਦੇ ਤੌਰ 'ਤੇ, ਇੱਕ ਨਿਰਪੱਖ ਗਵਾਹ ਦੇ ਤੌਰ 'ਤੇ ਉਹਨਾਂ ਦਾ ਜਿਹੜਾ ਲੈਣਾ ਜ਼ਰੂਰੀ ਹੈ। ਲੇਕਿਨ ਅੱਜ ਕੱਲ੍ਹ ਕੀ ਕਰਦੇ ਨੇ, ਇਹ ਆਪਣੇ ਜਿਹੜੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ, ਇਹ ਕੀ ਕਰਦੇ ਆ, ਇਹ ਆਪਣੇ ਜਿਹੜੇ ਡਰਾਈਵਰ ਅਤੇ ਜਿਹੜੇ ਹੋਰ ਨਾਲ ਅਰਥਲੀ ਆਏ ਹੁੰਦੇ ਨੇ ਉਹਨਾਂ ਦੀਆਂ ਹੀ ਵਿਟਨੈਸਿਸ ਕਰਾ ਲੈਂਦੇ ਆ, ਜਿਹੜੀਆਂ ਸਰਾਸਰ ਗਲਤ ਹੈ। ਜੇ ਤੁਸੀਂ ਦੇਖੋ ਇਹਨਾਂ ਨੇ ਜੋ ਵੀ ਲਿਸਟ ਬਣਾਈ ਹੈ, ਜੋ ਵੀ ਇਹਨਾਂ ਨੇ ਤਫਤੀਸ਼ ਕੀਤੀ ਹੈ, ਉਸ ਦਾ ਬਿਊਰਾ ਦੇਣਾ ਇਹਨਾਂ ਨੂੰ ਬਹੁਤ ਜ਼ਰੂਰੀ ਬਣਦਾ ਹੈ। ਔਰ ਇੱਥੇ ਇੱਕ ਇਹ ਵੀ ਗੱਲ ਹੈ, ਇੱਕ ਪੰਚਨਾਮਾ ਦੇਣਾ ਹੁੰਦਾ ਇਹਨਾਂ ਨੇ, ਜਿਹਦੇ ਵਿੱਚ ਸਾਰੇ ਜਿਹੜੇ ਜੋ ਵੀ ਅਨੈਕਸਰ ਨੇ ਉਹਨਾਂ ਦੀ ਡਿਟੇਲ ਦੇਣੀ ਜ਼ਰੂਰੀ ਹੈ। ਜੇ ਉਹ ਡਿਟੇਲ ਨਹੀਂ ਦਿੰਦੇ ਤਾਂ ਇਹ ਪੰਚਨਾਮਾ ਵੀ ਜਿਹੜਾ ਨਾਜਾਇਜ਼ ਮੰਨਿਆ ਜਾਂਦਾ। ਫਿਰ ਉਹਦੇ ਉੱਤੇ ਜਿਹੜਾ ਉਹਨਾਂ ਨੇ ਆਪਣੀ ਸੀਲ ਲਾਉਣੀ ਹੁੰਦੀ ਹੈ ਉਸ ਪੈਕਟ ਦੇ ਉੱਤੇ ਸੀਲ ਲਾ ਕੇ ਫਿਰ ਉਹਨਾਂ ਨੇ ਵੈਰੀਫਾਈ ਕਰਨਾ ਹੁੰਦਾ। ਵੈਰੀਫਾਈ ਕਰਕੇ ਫਿਰ ਗੱਲ ਅੱਗੇ ਤੁਰਦੀ ਹੈ। ਜੇ ਅਜਿਹੀ ਚੀਜ਼ ਨਹੀਂ ਹੈ ਤਾਂ ਫਿਰ ਇਹ ਆਪਣੇ ਆਪ ਵਿੱਚ ਬੜਾ ਵੱਡਾ ਜਿਹੜਾ ਇੱਕ ਲੈਪਸ ਹੈ। ਅਤੇ ਇਹ ਜਿੰਨੀਆਂ ਜੋ ਵੀ ਧਾਂਦਲੀਆਂ ਮੈਂ ਛੋਟੀਆਂ ਮੋਟੀਆਂ ਦੱਸੀਆਂ, ਇਹ ਤੁਹਾਨੂੰ ਮੈਂ ਇਸ ਲਈ ਦੱਸੀਆਂ ਕਿ ਤੁਸੀਂ ਆਪਣੇ ਹੱਕਾਂ ਦੀ ਪਹਿਚਾਣ ਕਰੋ। ਡਰਨ ਵਾਲੀ ਕੋਈ ਗੱਲ ਨਹੀਂ। ਔਰ ਤੁਸੀਂ ਰਾਤ ਨੂੰ ਜਿਹੜਾ ਇਹ ਸਰਚ ਜਿਹੜੀ ਹੈ ਇਸ ਦਾ ਵਿਰੋਧ ਕਰੋ, ਆਪਣੀ ਸਰਕਾਰ ਨੂੰ ਇਸ ਬਾਰੇ ਸੁਚੇਤ ਕਰਾਓ। ਤੁਹਾਡੀ ਜਿਹੜੀ ਰਾਤ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ, ਰਾਤ ਦੀ ਪ੍ਰਾਈਵੇਸੀ ਤਾਂ ਕੀ, ਦਿਨ ਦੀ ਪ੍ਰਾਈਵੇਸੀ ਨੂੰ ਵੀ, 24 ਆਵਰ ਦੀ ਪ੍ਰਾਈਵੇਸੀ ਨੂੰ ਵੀ ਸੰਵਿਧਾਨਕ ਹੱਕ ਹੈ ਔਰ ਇਸ ਸੰਵਿਧਾਨਕ ਹੱਕ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਜੇ ਇਹ ਉਲੰਘਣਾ ਹੋਈ ਹੈ ਤਾਂ ਫਿਰ ਇਹ ਕਿਸੇ ਤਰ੍ਹਾਂ ਵੀ ਲੀਗਲ ਨਹੀਂ ਮੰਨੀ ਜਾਏਗੀ, ਇਲੀਗਲ ਮੰਨੀ ਜਾਏਗੀ। ਜੇ ਇਹ ਇਲੀਗਲ ਹੈ ਤਾਂ ਫਿਰ ਤੁਸੀਂ ਜਿਹੜੇ ਸੰਬੰਧਿਤ ਅਧਿਕਾਰੀ ਨੇ ਅਤੇ ਸੰਬੰਧਿਤ ਡਿਪਾਰਟਮੈਂਟ ਹੈ ਜਿਹਨੇ ਅਜਿਹਾ ਕਾਰੋਬਾਰ ਕੀਤਾ ਹੈ, ਉਹਨਾਂ ਦੇ ਉੱਤੇ ਤੁਸੀਂ ਡੈਮੇਜਿਸ ਅਤੇ ਡੈਫਾਮੇਸ਼ਨ ਦਾ ਕੇਸ ਪਾ ਸਕਦੇ ਹੋ। ਅਤੇ ਤੁਸੀਂ ਆਪਣੇ ਹੱਕਾਂ ਦੀ ਪਹਿਚਾਣ ਲਈ ਇਹ ਵੀ ਕਹਿ ਸਕਦੇ ਹੋ ਕਿ ਮਾਨਯੋਗ ਸੁਪਰੀਮ ਕੋਰਟ ਨੇ ਸਾਡੀ ਕੌਨਸਟੀਟਿਊਸ਼ਨਲ ਗਰੰਟੀ ਜਿਹੜੀ ਹੈ ਪ੍ਰਾਈਵੇਸੀ ਦੀ ਉਹ ਦਿੱਤੀ ਹੋਈ ਹੈ, ਤੁਸੀਂ ਉਸ ਦਾ ਕਾਨ ਕਿਵੇਂ ਕੀਤਾ। ਔਰ ਇਹ ਇੱਕ ਕੰਟੈਂਪਟ ਦਾ ਮੁੱਦਾ ਬਣਦਾ, ਜਿਹੜੀ ਕੰਟੈਂਪਟ ਜਿਹੜੀ ਹੈ ਤੁਸੀਂ ਪਾ ਸਕਦੇ ਹੋ ਔਰ ਆਪਣੀ ਹਾਈ ਕੋਰਟ ਵਿੱਚ ਵੀ ਪਾ ਸਕਦੇ ਹੋ, ਜਿਹੜੀ ਤੁਹਾਡੇ ਲੱਗਦੀ ਹੈ ਨੇੜੇ ਤੇੜੇ, ਅਤੇ ਸੁਪਰੀਮ ਕੋਰਟ ਵਿੱਚ ਵੀ ਜਾ ਸਕਦੇ ਹੋ। ਜੇ ਤੁਸੀਂ ਮੰਨ ਲਓ ਕੇਰਲਾ ਦੇ ਨਿਵਾਸੀ ਹੋ, ਉੱਥੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਹੈ ਤਾਂ ਤੁਸੀਂ ਉੱਥੇ ਕੇਰਲਾ ਹਾਈ ਕੋਰਟ ਵਿੱਚ ਇਹ ਕੰਟੈਂਪਟ ਪਾ ਸਕਦੇ ਹੋ, ਕਿਉਂਕਿ ਆਰਟੀਕਲ 129 ਕੌਨਸਟੀਟਿਊਸ਼ਨ ਆਫ ਇੰਡੀਆ
ਸੁਪਰੀਮ ਕੋਰਟ ਨੂੰ ਕੰਟੈਂਪਟ ਦੀ ਪਾਵਰ ਦਿੰਦਾ ਹੈ, ਅਤੇ ਆਰਟੀਕਲ 215 ਕੌਂਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈ ਉਹ ਮਾਨਯੋਗ ਹਾਈ ਕੋਰਟ ਨੂੰ ਜਿਹੜੀ ਸੰਬੰਧਿਤ ਰਾਜ ਦੀ ਹੋਵੇ ਉਹਨੂੰ ਪਾਵਰ ਦਿੰਦਾ। ਪਾਵਰ ਕਿਵੇਂ ਆਉਂਦੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਉਹ ਇਸ ਤਰ੍ਹਾਂ ਅਤੇ ਇਸ ਹਿਸਾਬ ਨਾਲ ਆਉਂਦੀ ਹੈ ਕਿਉਂਕਿ ਆਰਟੀਕਲ 141 ਕੌਂਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਜਿਹੜਾ ਜੋ ਵੀ ਹੈ ਸੁਪਰੀਮ ਕੋਰਟ ਦਾ ਆਦੇਸ਼ ਹੈ ਉਹ ਲਾ ਆਫ ਲੈਂਡ ਮੰਨਿਆ ਗਿਆ। ਜੇ ਉਹ ਲਾ ਆਫ ਲੈਂਡ ਹੈ ਤਾਂ ਉਹ ਕੇਰਲਾ ਉੱਤੇ ਵੀ ਲਾਗੂ ਹੈ, ਕਰਨਾਟਕਾ 'ਤੇ ਵੀ ਲਾਗੂ ਹੈ, ਹਿਮਾਚਲ 'ਤੇ ਵੀ ਲਾਗੂ ਹੈ, ਪੰਜਾਬ 'ਤੇ ਵੀ ਲਾਗੂ ਹੈ, ਹਿਮਾਚਲ 'ਤੇ ਵੀ ਲਾਗੂ ਹੈ। ਅਤੇ ਜੇ ਉਹ ਲਾ ਆਫ ਲੈਂਡ ਹੀ ਬਣ ਗਿਆ ਅਤੇ ਉਸ ਦੀ ਜੇ ਉਲੰਘਣਾ ਹੁੰਦੀ ਹੈ ਤਾਂ ਫਿਰ ਭਾਰਤ ਦੇ ਸੰਵਿਧਾਨ ਦੀ ਆਰਟੀਕਲ 215 ਦੇ ਮੁਤਾਬਕ ਸੰਬੰਧਿਤ ਹਾਈ ਕੋਰਟ ਨੂੰ ਇਹ ਗੱਲ ਕਹੀ ਜਾ ਸਕਦੀ ਹੈ, ਜੀ ਦੇਖੋ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੋ ਗਈ, ਸੰਵਿਧਾਨ ਦੀ ਉਲੰਘਣਾ ਹੋ ਗਈ, ਇਹ ਤੁਸੀਂ ਆਪਣੀ ਪਾਵਰ ਐਗਜ਼ੀਕਿਊਟ ਕਰੋ। ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਛੋਟੀ ਜਿਹੀ, ਜਿਹੜੀ ਹੈ ਕੋਈ ਵੀ ਜਦੋਂ ਰਿਕਾਰਡ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਲਿਆ, ਜੇ ਉਹਦੀ ਲਿਸਟ ਨਹੀਂ ਬਣਵਾਈ, ਐਂਟਰੀ ਨਹੀਂ ਬਣਵਾਈ, ਅਤੇ ਸੰਬੰਧਿਤ ਜਿਹੜਾ ਪਰਸਨ ਸੀਗਾ ਉਹਦੇ ਨੋਨ ਅਵੇਲੇਬਿਲਟੀ ਕਰਕੇ ਜਿਹੜੀ ਹੈ, ਜੇ ਉਹਦੇ ਤੋਂ ਦਸਤਖਤ ਨਹੀਂ ਕਰਾਏ ਗਏ ਜਾਂ ਕਿਸੇ ਹੋਰ ਮੈਂਬਰ ਤੋਂ ਦਸਤਖਤ ਕਰਾਏ ਗਏ ਨੇ, ਇਹ ਮੰਨਣੀ ਹੈ ਜਾਂ ਨਹੀਂ ਮੰਨਣੀ ਹੈ, ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇੱਕ ਕਿਸਮ ਦੀ ਇਲੀਗਲ ਮੰਨੀ ਜਾਏਗੀ। ਜੇ ਪਾਵਰ ਟੂ ਰਿਕਾਰਡ ਸਟੇਟਮੈਂਟਸ ਐਂਡ ਐਗਜ਼ਾਮਿਨ ਔਨ ਓਥ ਇਹ ਨਹੀਂ ਹੋਈ ਤਾਂ ਇਹ ਵੀ ਜਿਹੜੀ ਹੈ ਇੱਕ ਕਿਸਮ ਦਾ ਜਿਹੜਾ ਇਹ ਵੀ ਉਲੰਘਣਾ ਇਨਵੈਸਟੀਗੇਸ਼ਨ ਦੇ ਵਿੱਚ। ਜੇ ਇਨਵੈਸਟੀਗੇਸ਼ਨ ਦੇ ਵਿੱਚ ਉਲੰਘਣਾ ਹੀ ਹੋਈ ਹੈ ਤਾਂ ਫਿਰ ਇੱਕ ਕਿਹੋ ਜਿਹਾ ਕੰਮ ਹੋਇਆ। ਤੁਸੀਂ ਦੇਖੋ ਜਦੋਂ ਬਿਆਨ ਰਿਕਾਰਡ ਕੀਤੇ ਗਏ ਨੇ ਉਹਨਾਂ ਦੇ ਉੱਤੇ ਸਿਗਨੇਚਰ ਵੀ ਹੋਣੇ ਜ਼ਰੂਰੀ ਨੇ, ਉਹਨਾਂ ਦੇ ਉੱਤੇ ਇਨਵੈਂਟਰੀਜ਼ ਦੇ ਉੱਤੇ ਵੀ ਅਤੇ ਪੰਚਨਾਮੇ ਦੇ ਉੱਤੇ ਵੀ ਸਿਗਨੇਚਰ ਹੋਣੇ ਬਹੁਤ ਜ਼ਰੂਰੀ ਨੇ। ਇਹ ਕੁਛ ਛੋਟੀਆਂ ਜਿਹੀਆਂ ਗੱਲਾਂ ਸਨ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਕਰਨੀਆਂ ਸਨ। ਡਰਨ ਦੀ ਕੋਈ ਜ਼ਰੂਰਤ ਨਹੀਂ। ਤੁਹਾਡੀ ਸਰਕਾਰ ਜੇ ਪੈਗਾਸਸ ਵਰਗਾ ਕਾਰੋਬਾਰ ਕਰ ਸਕਦੀ ਹੈ ਅਤੇ ਫਿਰ ਤੁਹਾਡੇ ਨਾਲ ਕਿਹੋ ਜਿਹਾ ਖਿਲਵਾੜ ਇੱਕ ਆਮ ਨਾਗਰਿਕ ਨਾਲ ਕਰ ਸਕਦੀ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਜਿਹੜਾ ਇਸ ਵੇਲੇ ਮਾਨਯੋਗ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਪੈਗਾਸਸ ਮਸਲਾ ਵੀ, ਅਤੇ ਜੇ ਇਹ ਮਸਲਾ ਜਿਹੜਾ ਹੈ ਇੱਕ ਵਿਚਾਰ ਅਧੀਨ ਹੈ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ। ਸਰਕਾਰ ਨੂੰ ਦੇਸ਼ ਦੀ ਜਿਹੜੀ ਨਾਗਰਿਕਤਾ ਹੈ, ਦੇਸ਼ ਦੇ ਜਿਹੜੇ ਨਾਗਰਿਕ ਨੇ ਉਹਨਾਂ ਬਾਰੇ ਇਹ ਸੋਚ ਸਮਝ ਕੇ ਇੱਕ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਭਾਈ ਦੇਸ਼ ਦੇ ਨਾਗਰਿਕਾਂ ਦਾ ਇੱਜ਼ਤ ਮਾਨ ਸਨਮਾਨ ਬਹਾਲ ਕਰਨਾ, ਉਹਨੂੰ ਮੇਨਟੇਨ ਕਰਨਾ ਜਾਂ ਉਸ ਦਾ ਜਿਹੜਾ ਘਾਣ ਕਰਨਾ। ਇਹ ਇੱਕ ਤੁਹਾਡੇ ਲਈ ਬੜੀ ਵੱਡੀ ਗੱਲ ਹੈ। ਇਹ ਕੁਛ ਵਿਚਾਰਾਂ ਤੁਹਾਡੇ ਨਾਲ ਜ਼ਰੂਰੀ ਸਨ, ਕੀਤੀਆਂ ਨੇ ਗੱਲਾਂ ਅਜਿਹੀਆਂ ਕੋਈ ਕਰਨੀਆਂ ਸਨ, ਜ਼ਿਆਦਾ ਨਹੀਂ ਕਰਨੀਆਂ। ਆਪਣੇ ਹੱਕਾਂ ਨੂੰ ਪਹਿਚਾਣ ਲਓ। ਆਪਣੀ ਜਿਹੜੀ ਪ੍ਰਾਈਵੇਸੀ ਹੈ ਸੁਪਰੀਮ ਕੋਰਟ ਦੀ ਅਤੇ ਕੌਂਸਟੀਟਿਊਸ਼ਨ ਦੀ ਬਖਸ਼ੀ ਹੋਈ, ਉਸ ਨੂੰ ਕਿਸੇ ਤਰ੍ਹਾਂ ਵੀ ਘਾਣ ਹੋਣ ਦਾ ਜਿਹੜਾ ਨਜਾਇਜ਼ ਤਰੀਕੇ ਨਾਲ ਉਸ ਦਾ ਵਿਰੋਧ ਕਰੋ, ਕੰਸਰਨਡ ਡਿਪਾਰਟਮੈਂਟ ਨੂੰ ਰਿਪਰੈਜ਼ੈਂਟ ਕਰੋ ਔਰ ਉਹ ਧਾਂਦਲੀ ਜਿਹੜੀ ਹੈ ਲਿਆਂਦੀ ਜਾਵੇ। ਆਪਣੇ ਸੰਬੰਧਿਤ ਪੁਲਿਸ ਥਾਣੇ ਨੂੰ ਇਨਫੋਰਮ ਕਰਕੇ ਉੱਥੇ FIR ਦਰਜ ਕਰਾਓ ਔਰ ਜਿਹੜੀ ਵੀ ਰੇਡਿੰਗ ਪਾਰਟੀ ਹੈ ਉਹਨਾਂ ਨੇ ਜੋ ਵੀ ਤੁਹਾਨੂੰ ਆਈਡੈਂਟੀਟੀ ਦਿੱਤੀ ਹੈ ਉਹ ਡਿਸਕਲੋਜ਼ ਕਰੋ ਉੱਥੇ। ਜੇ ਉਹਨਾਂ ਨੇ ਆਈਡੈਂਟੀਟੀ ਨਹੀਂ ਦਿੱਤੀ ਤਾਂ ਇਸ ਦੀ ਵੀ ਸੂਚਨਾ ਜਿਹੜੀ ਹੈ ਆਪਣੇ ਸੰਬੰਧਿਤ ਪੁਲਿਸ ਥਾਣੇ ਨੂੰ ਦਿਓ। ਤੁਹਾਨੂੰ ਕੀ ਪਤਾ ਕਿ ਇਨਕਮ ਟੈਕਸ ਤੇ ED ਦੇ ਜਾਂ CBI ਦੇ ਆੜ ਥੱਲੇ ਆ ਕੇ ਕਿਹੜੇ ਲੋਕ ਤੁਹਾਡੀ ਜਿਹੜੀ ਹੈ ਪ੍ਰਾਈਵੇਸੀ ਨੂੰ ਖਰਾਬ ਕਰ ਰਹੇ ਨੇ। ਔਰ ਘੱਟੋ ਘੱਟ ਜਦੋਂ ਸੂਰਜ ਛੁਪ ਜਾਂਦਾ ਉਸ ਤੋਂ ਬਾਅਦ ਕਿਸੇ ਵੀ ਪ੍ਰੈਮਿਸਿਸ ਨੂੰ, ਘਰ ਨੂੰ, ਹੋਟਲ ਨੂੰ ਜਾਂ ਕਿਸੇ ਵੀ ਜਗ੍ਹਾ ਨੂੰ ਜੇ ਰੇਡ ਕਰਨ ਦਾ ਅਖਤਿਆਰ ਹੈ ਤਾਂ ਇਹ ਕਿਹਦੇ ਕੋਲ ਹੈ? ਇਹ ਇੱਕ ਸਵਾਲ ਹੈ ਤੁਹਾਡੇ ਲਈ ਵੀ, ਤੁਹਾਡੇ ਇਲਾਕੇ ਦੇ ਨਿਵਾਸੀਆਂ ਲਈ ਵੀ ਅਤੇ ਸਾਰੀ ਜਿਹੜੀ ਹੈ ਖਲਕਤ ਸੱਜੇ ਖੱਬੇ ਵਾਲੀ ਉਹਨਾਂ ਲਈ ਵੀ, ਕਿਉਂਕਿ ਤੁਹਾਡੀ ਉੱਤੇ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਤੁਹਾਡੇ ਉੱਤੇ ਜਿਹੜਾ ਹੈ ਤੁਹਾਡੀ ਇੱਜ਼ਤ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ। ਔਰ ਇਸ ਇੱਜ਼ਤ ਦੀ, ਮਾਨ ਦੀ, ਸਨਮਾਨ ਦੀ ਰਾਖੀ ਲਈ ਕਾਨੂੰਨ ਤੁਹਾਡੇ ਲਈ ਹੈਗਾ, ਉਸ ਦਾ ਤੁਸੀਂ ਪਾਲਣ ਕਰਕੇ ਆਪਣੀ ਜਿਹੜੀ ਹੈ ਹੱਕਾਂ ਦੀ ਪਹਿਚਾਣ ਕਰ ਲਓ। ਗੱਲਾਂ ਇੰਨੀਆਂ ਹੀ, ਜ਼ਿਆਦਾ ਨਹੀਂ।
ਆਗਿਆ ਲੈਣਾ। ਨਵੇਂ ਸਾਲ ਦੀਆਂ ਇੱਕ ਵਾਰ ਫਿਰ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਕੋਸ਼ਿਸ਼ ਕਰਿਓ ਇਹ ਸਾਲ ਤੁਹਾਡਾ ਸੁੱਖਾਂ ਭਰਿਆ, ਤੁਹਾਡੇ ਆਂਢ ਗੁਆਂਢ ਦਾ ਸੁੱਖਾਂ ਭਰਿਆ ਬਤੀਤ ਹੋਵੇ। ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਗੱਲਾਂ ਇੰਨੀਆਂ ਹੀ।